ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਜਿੱਥੇ ਬੇहद ਚਿੰਤਿਤ ਹਨ ਅਤੇ ਆਪਣੇ ਬੱਚਿਆਂ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ, ਉੱਥੇ ਹੀ ਗੁਰਦਾਸਪੁਰ ਦੀ ਇੱਕ ਲੜਕੀ ਦਿਵਿਆ ਜੋ ਕਿ ਉੱਥੇ MBBS ਕਰਨ ਗਈ ਸੀ ਦੀ ਘਰ ਵਾਪਸੀ ਤੇ ਪਰਿਵਾਰ ਨੇ ਖੁਸ਼ੀ ਸਾਂਝੀ ਕਰਦੇ ਹੋਏ ਪਰਮਾਤਮਾ ਦਾ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਬਾਕੀ ਵਿਦਿਆਰਥੀਆਂ ਦੀ ਵੀ ਜਲਦ ਘਰ ਵਾਪਸੀ ਦੀ ਉਮੀਦ ਕੀਤੀ। मैं दिव्या बहाला मैं स्टडी करती हूँ टर्नअप नैशनल मैडिकल यूनिवर्सिटी आई एम इन 4th ईयर एंड 24 ਦੀ ਡੇਟ ਨੂੰ ਮੇਰੀ ਆਲਰੇਡੀ ਸਕੈਡਿਊਲਡ ਫਲਾਈਟ ਸੀ 에ਅਰ ਇੰਡੀਆ ਆਉਣ ਲਈ, ਬਟ ਸਡਨਲੀ ਵਾਰ ਸਿਚੁਏਸ਼ਨ ਕ੍ਰੀਏਟ ਹੋ ਗਈ ਅਤੇ ਮੈਂ ਉੱਥੇ ਸਟਕ ਹੋ ਗਈ। ਉੱਥੇ ਹੁਣ ਸਟਕ ਹੋਣ ਤੋਂ ਬਾਅਦ ਸਾਡੇ ਕੋਲ ਸਿਰਫ ਐਮਬੈਸੀ ਦਾ ਹੀ ਹੋਪ ਸੀਗਾ, ਸੋ ਅਸੀਂ ਐਮਬੈਸੀ ਨੂੰ ਅਪਰੋਚ ਕਰਦੇ ਰਹੇ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਆਪਣੇ ਐਮਬੈਸੀ ਆਫਿਸ ਤੱਕ ਤੁਸੀਂ ਜਿੱਦਾਂ ਮਰਜ਼ੀ ਅਰੇਂਜ ਕਰਕੇ ਆਓ, ਅੱਗੇ ਅਸੀਂ ਤੁਹਾਨੂੰ ਸ਼ੈਲਟਰ ਦਵਾਂਗੇ। ਫਿਰ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਸਾਨੂੰ ਇੱਕ ਪ੍ਰਾਇਮਰੀ ਸਕੂਲ ਸੀ ਨੈਕਸਟ ਟੂ ਐਮਬੈਸੀ, ਉੱਥੇ ਸਾਨੂੰ ਉਹਨਾਂ ਨੇ ਸ਼ੈਲਟਰ ਦਿੱਤਾ। ਉੱਥੇ ਅਸੀਂ ਅਗਲੇ 4 ਦਿਨ ਗੁਜ਼ਾਰੇ। ਹਾਂਜੀ, ਡੈਫੀਨੇਟਲੀ ਫੂਡ ਕ੍ਰਾਈਸਿਸ ਸੀ, ਹਾਈਜੀਨ ਕ੍ਰਾਈਸਿਸ ਸੀ, ਹੋਰ ਵੀ ਬਹੁਤ ਸਾਰੇ ਇਸ਼ੂਜ਼ ਸੀਗੇ। ਬਾਹਰ ਕਰਫਿਊ ਲੱਗਿਆ ਹੋਇਆ ਸੀ, ਬਟ ਐਨੀ ਹਾਓ ਦਿਨ 'ਚ ਇੱਕ ਟਾਈਮ ਦਾ ਖਾਣਾ ਜਿੱਦਾਂ ਮਰਜ਼ੀ ਉਹਨਾਂ ਨੇ ਮੈਨੇਜ ਕਰਕੇ ਦਿੱਤਾ, ਜਾਂ ਕੁਛ ਵੀ ਥੋੜ੍ਹੀ ਬਹੁਤ ਨੈਸੈਸਰੀ ਚੀਜ਼ਾਂ ਸਾਨੂੰ ਪ੍ਰੋਵਾਈਡ ਕੀਤੀਆਂ। ਉਹਨਾਂ 4 ਦਿਨਾਂ ਦੇ ਵਿੱਚ ਅਸੀਂ ਇਹੀ ਉਮੀਦ ਕਰ ਰਹੇ ਸੀ ਕਿ ਗਵਰਨਮੈਂਟ ਸਾਨੂੰ ਕੋਈ ਨਾ ਕੋਈ ਜ਼ਰੀਆ ਇੱਥੋਂ ਲੱਭੇਗੀ, ਸਾਨੂੰ ਇੱਥੋਂ ਇਵੈਕੂਏਟ ਕਰਨ ਲਈ ਕੁਝ ਟਰਾਂਸਪੋਰਟੇਸ਼ਨ ਜਾਂ ਕੁਝ ਫਲਾਈਟਸ ਅਰੇਂਜ ਕਰੇਗੀ ਸਾਨੂੰ ਉੱਥੋਂ ਉਸ ਵਾਰ ਜ਼ੋਨ ਦੇ ਵਿੱਚੋਂ ਨਿਕਾਲਣ ਲਈ। ਬਟ ਐਨੀ ਹਾਓ ਉਹ ਕੋਈ ਇੱਦਾਂ ਦਾ ਸਾਨੂੰ ਰਿਸਪੌਂਸ ਨਹੀਂ ਮਿਲ ਪਾਇਆ, ਅਤੇ ਉਹਨਾਂ ਦੀ ਇੱਕੋ ਹੀ ਉਹਨਾਂ ਦੀ ਐਡਵਾਈਸ ਸੀ, ਜਾਂ ਉਹਨਾਂ ਦੀ ਇੱਕੋ ਹੀ ਸਾਨੂੰ ਉਹਨਾਂ ਨੇ ਕੀਤਾ ਸੀ ਕਿ ਟਰਾਈ ਟੂ ਸੇਫ ਯੋਰ ਸੈਲਫ ਫਰਮ ਹੇਅਰ, ਇੱਥੋਂ ਨਿਕਲੋ, ਆਪਣੇ ਸੈਲਫ ਐਫਰਟਸ ਕਰੋ ਅਤੇ ਵੈਸਟ ਵੱਲ ਨੂੰ ਜਾਓ। ਅਸੀਂ ਤੁਹਾਡੇ ਲਈ ਹਜੇ ਕੋਈ ਟਰਾਂਸਪੋਰਟੇਸ਼ਨ ਉਸ ਕਰੰਟ ਸਿਚੁਏਸ਼ਨ 'ਚ, ਉਸ ਕਰੰਟ ਲੋਕੇਸ਼ਨ 'ਚ ਹਜੇ ਨਹੀਂ ਪ੍ਰੋਵਾਈਡ ਕਰ ਸਕਦੇ, ਸਾਡੇ ਕੋਲ ਮੀਡੀਅਮਸ ਨਹੀਂ ਹੈਗੇ, ਐਂਡ ਟਰਾਈ ਟੂ ਸੇਵ ਯੋਰ ਸੈਲਫ ਫਰਮ ਹੇਅਰ। ਫਿਰ ਉਸ ਚੀਜ਼ ਤੋਂ ਬਾਅਦ ਅਸੀਂ ਆਪਣੇ ਫੈਮਿਲੀ ਨਾਲ ਵੀ ਕੰਸਲਟ ਕੀਤਾ, ਘਰਦਿਆਂ ਦੇ ਵੀ ਸਪੋਰਟ ਤੋਂ ਬਾਅਦ, ਫੈਮਿਲੀ ਦੀ ਸਪੋਰਟ ਤੋਂ ਬਾਅਦ, ਉਹਨਾਂ ਦੇ ਗ੍ਰੀਨ ਸਿਗਨਲ ਮਿਲਣ ਤੋਂ ਬਾਅਦ ਅਸੀਂ ਉੱਥੋਂ ਇਵੈਕੂਏਸ਼ਨ ਟ੍ਰੇਨਸ 'ਚ ਕੈਚ ਕੀਤੀਆਂ, ਐਂਡ ਉੱਥੋਂ ਅਸੀਂ ਸੇਫ ਏਰੀਆਜ਼ ਵੈਸਟ ਵੱਲ ਨੂੰ ਅਸੀਂ ਅਪਰੋਚ ਕੀਤਾ ਅਤੇ ਵੈਸਟ ਦੀ ਸਿਟੀਜ਼ 'ਚ ਆਏ। ਵੈਸਟ 'ਚ ਮੈਂ ਟਰਨੋਪਿਲ ਦੀ ਟ੍ਰੇਨ ਫੜੀ ਸੀ, ਮੈਂ ਟਰਨੋਪਿਲ ਆ ਕੇ ਸਟੋਪ ਲਿਆ। ਉੱਥੇ ਮੇਰੇ ਆਲਰੇਡੀ ਕੁਝ ਗਰੁੱਪਮੇਟ ਸੀ, ਦੇ ਵਰ ਆਲਰੇਡੀ ਪਲੈਨਿੰਗ ਟੂ ਗੋ ਟੂ ਸਲੋਵਾਕੀਅਨ ਬਾਰਡਰ। ਉਹਨਾਂ ਨਾਲ ਮੈਂ ਕੰਸਲਟ ਕੀਤਾ, ਡਿਸਕਸ ਕੀਤਾ ਪੂਰੀ ਸਿਚੁਏਸ਼ਨ ਨੂੰ, ਐਂਡ ਦੈਨ ਉਸ ਤੋਂ ਬਾਅਦ ਅਸੀਂ ਸਲੋਵਾਕੀਆ ਬਾਰਡਰ ਵੱਲ ਨੂੰ ਅਪਰੋਚ ਕੀਤਾ। ਖੁਦ ਟਰਾਂਸਪੋਰਟੇਸ਼ਨ ਮੈਨੇਜ ਕਰਕੇ ਅਸੀਂ ਗਏ ਹਾਂ। ਪਰ ਗੁੱਡ ਫੈਕਟ ਸਲੋਵਾਕੀਆ ਬਾਰਡਰ 'ਤੇ ਇੰਨਾ ਰਸ਼ ਨਹੀਂ ਸੀ ਹੈਗਾ, ਉੱਥੇ ਕਾਫੀ ਈਜ਼ੀ ਸਾਡੀ ਪ੍ਰੋਸੈਸਿੰਗ ਹੋ ਗਈ। ਅਤੇ ਉੱਥੇ ਇੰਡੀਅਨ ਐਂਬੈਸੀ ਦੇ ਵੀ ਜਿਹੜੇ ਲੋਕ ਸੀ ਉੱਥੇ ਪ੍ਰੈਜ਼ੈਂਟ ਸੀ, ਉਹਨਾਂ ਦੇ ਆਪਣੇ ਕੈਂਪ ਸੀ ਜਿੱਥੇ ਉਹਨਾਂ ਨੇ ਸਾਨੂੰ ਇਕੱਠਿਆਂ ਕੀਤਾ, ਐਂਡ ਦੈਨ ਉਹਨਾਂ ਨੇ ਬੱਸਿਸ ਅਰੇਂਜ ਕੀਤੀਆਂ, ਸਾਨੂੰ ਪ੍ਰੋਪਰ ਅਕੋਮੋਡੇਸ਼ਨ 'ਚ ਰੱਖਿਆ। ਅਤੇ ਬਸ ਉਸ ਤੋਂ ਬਾਅਦ ਮੇਰੇ ਪੇਰੈਂਟਸ ਕੌਂਸਟੈਂਟ ਕੰਟੈਕਟ ਸੀਗੇ ਇੰਡੀਅਨ ਗਵਰਨਮੈਂਟ ਅਫੀਸ਼ੀਅਲਸ ਦੇ ਨਾਲ, ਅਤੇ ਉਸ ਤੋਂ ਬਾਅਦ ਯੈਸ ਡੈਫੀਨੇਟਲੀ ਉਸ ਚੀਜ਼ ਦਾ ਬੈਨੀਫਿਟ ਹੋਇਆ, ਅਤੇ ਨੈਕਸਟ ਪੋਸੀਬਲ ਫਲਾਈਟ 'ਚ ਮੇਰਾ ਨਾਮ ਸੀ ਅਤੇ ਮੈਂ ਉਹ ਕੈਚ ਕਰਕੇ ਫਿਰ ਘਰ। ਕਿਉਂਕਿ ਕ੍ਰਾਈਸਿਸ ਸਿਰਫ ਪੂਰੇ ਕੰਟਰੀ 'ਚ ਹੈ, ਅਤੇ ਉਹ ਉਹਨਾਂ ਦੇ ਲੋਕਾਂ ਵਾਸਤੇ ਵੀ ਨਹੀਂ, ਹਰ ਕਿਸੇ ਵਾਸਤੇ ਉਹ ਸਟਰਗਲਿੰਗ ਸਿਚੁਏਸ਼ਨ ਹੈ। ਮੇ ਬੀ ਉਸ ਸਿਚੁਏਸ਼ਨ ਕਰਕੇ ਜੋ ਐਕਚੁਅਲ ਵਾਰ ਜ਼ੋਨ ਹੈ ਉੱਥੇ ਸਾਨੂੰ ਕੋਈ ਟਰਾਂਸਪੋਰਟੇਸ਼ਨ ਜਾਂ ਕੋਈ ਹੈਲਪ ਨਹੀਂ ਪ੍ਰੋਵਾਈਡ ਕੀਤੀ ਗਈ, ਆਈ ਐਗਰੀ, ਬਟ ਜੋ ਵੀ ਉਹਨਾਂ ਕੋਲ ਹੋ ਸਕਦਾ ਹੈ ਬਾਰਡਰ ਏਰੀਆਜ਼ 'ਤੇ ਪੂਰੀ ਇਵੈਕੂਏਸ਼ਨ ਫਲਾਈਟਸ ਉਹ ਅਰੇਂਜ ਕਰ ਰਹੇ ਨੇ, ਜਾਂ ਕੁਛ ਵੀ ਜੋ ਪੋਸੀਬਲ ਐਫਰਟਸ ਨੇ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਟਰਾਈ ਟੂ ਸਟੇ ਇਨ ਕੌਂਸਟੈਂਟ ਕੰਟੈਕਟ ਵਿਦ ਇੰਡੀਅਨ ਗਵਰਨਮੈਂਟ ਐਂਡ ਇੰਡੀਅਨ ਐਂਬੈਸੀ ਪੀਪਲ, ਅਤੇ ਆਪਣਾ ਮੋਰਲ ਹਾਈ ਰੱਖੋ, ਆਪਣੇ ਪੇਰੈਂਟਸ ਦੇ ਨਾਲ ਕੌਂਸਟੈਂਟ ਕੰਟੈਕਟ 'ਚ ਰਹੋ, ਆਪਣੇ ਵਿਲ ਪਾਵਰ ਨੂੰ ਸਟਰੋਂਗ ਰੱਖੋ, ਅਤੇ ਯੈਸ ਡੈਫੀਨੇਟਲੀ ਯੂ ਵਿਲ ਸੇਵ ਯੋਰ ਸੈਲਫ ਫਰਮ ਦੇਅਰ। ਪੜ੍ਹਾਈ ਬਹੁਤ ਵੱਡਾ ਇਸ਼ੂ ਹੈ ਸਾਨੂੰ ਖੁਦ। ਆਈ ਐਮ ਵੈਰੀ ਸਟਰੈਸਫੁਲ ਕਿ ਮੇਰਾ ਅੱਗਿਓਂ ਕਰੀਅਰ ਕਿੱਦਾਂ ਕੰਟੀਨਿਊ ਹੋਊਗਾ, ਬਟ ਲੈਟਸ ਸੀ, ਵੇਟ ਐਂਡ ਵਾਚ ਕਿ ਅਗਲੇ 15 ਦਿਨਾਂ 'ਚ ਕੀ ਹੁੰਦਾ ਹੈ। ਮੇ ਬੀ ਆਰ ਗਵਰਨਮੈਂਟਸ ਵਿਲ ਕਮ ਅਪ ਵਿਦ ਦ ਬੈਸਟ ਸੋਲਿਊਸ਼ਨਸ। ਪੰਜਾਬ ਸਰਕਾਰ ਨੇ, ਇੰਡੀਅਨ ਸਰਕਾਰ ਨੂੰ ਸਾਨੂੰ ਓਪਰਚੁਨਿਟੀ ਦੇਣੀਆਂ ਚਾਹੀਦੀਆਂ ਤਾਂ ਕਿ ਸਾਨੂੰ ਬਾਹਰ ਨਾ ਜਾਣਾ ਪਏ। ਪਹਿਲੇ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ, ਆਪਣੇ ਗਵਰਨਮੈਂਟ ਦਾ ਧੰਨਵਾਦ, ਮੇਰੇ ਨੀਅਰ ਡੀਅਰ ਸਭ ਦਾ ਧੰਨਵਾਦ। ਸਾਰੇ ਜਿੰਨਿਆਂ ਨੇ ਵੀ ਮੇਰੀ ਸਪੋਰਟ ਕੀਤੀ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ। ਆਪਣੇ ਪ੍ਰਭੂ ਪਰਮੇਸ਼ਵਰ, ਮੇਰੇ ਵੱਡਿਆਂ ਦਾ, ਸਾਰਿਆਂ ਦਾ ਸ਼ੁਕਰਗੁਜ਼ਾਰ, ਜਿਨ੍ਹਾਂ ਦੇ ਸਦਕਾ, ਜਿਨ੍ਹਾਂ ਨੂੰ ਮੈਂ ਪ੍ਰੇ ਕਰਦਾ ਸੀਗਾ, ਜਿਨ੍ਹਾਂ ਨੂੰ ਯਾਦ ਕਰਕੇ ਮੈਂ ਫਰਿਆਦ ਕਰਦਾ ਸੀਗਾ, ਉਹਨਾਂ ਦੀ ਹੀ ਸਦਕਾ ਅੱਜ ਮੇਰੀ ਬੇਟੀ ਘਰ ਆ। ਮੇਰੀ ਫੈਮਿਲੀ ਵੀ ਕਾਫੀ ਵੱਡੀ ਫੈਮਿਲੀ ਹੈ, ਸਾਰੇ ਅਫੀਸ਼ੀਅਲਸ ਨੇ, ਐਂਡ ਪ੍ਰਭੂ ਦੀ ਕਿਰਪਾ ਨਾਲ ਵੈਰੀ ਵੈਲਿਊਏਬਲਸ, ਉਹਨਾਂ ਦੀ ਬੜੀ ਸਪੋਰਟ ਸੀਗੀ, ਕੰਟੀਨਿਊ ਸਪੋਰਟ ਸੀਗੀ।
ਮੇਰੇ ਐਜ਼ ਏ ਫਾਦਰ ਯੈਸ ਐਫਰਟ ਸੀਗੇ ਤੇ ਉਹ ਐਫਰਟਸ ਸਾਰੇ ਮੈਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਦਿੰਦੇ ਸੀਗੇ, ਮੇਰਾ ਮੋਰਲ ਵੀ ਬੂਸਟ ਅਪ ਕਰਦੇ ਸੀਗੇ। ਅਲਟੀਮੇਟਲੀ ਮੇਰਾ ਗੋਲ ਮੈਂ ਉੱਥੋਂ ਤੱਕ ਟਰਾਂਸਫਰ ਕਰਦਾ ਸੀਗਾ। ਮੇਰਾ ਗੋਲ ਇਹੀ ਸੀਗਾ ਮੇਰੀ ਬੇਟੀ, ਇਹਦੇ ਨਾਲ ਦੇ ਹੋਰ ਸਾਰੇ ਸਾਥੀ, ਉਹ ਮੋਰਲ ਉਹਦਾ ਹਾਇਰ ਰਹੇ, ਪੈਨਿਕ ਹੋਣ, ਉਹ ਸਟਰੋਂਗ ਰਹਿਣ, ਉਹਨਾਂ ਦੇ ਵਿਲ ਪਾਵਰ ਸਟਰੋਂਗ ਰਹੇ, ਤੇ ਇਹਨਾਂ ਨੂੰ ਵੀ ਉਸੇ ਤਰ੍ਹਾਂ ਮੇਨਟੇਨ ਕਰਕੇ ਰੱਖਿਆ। ਇਹਨਾਂ ਦਾ ਬਹੁਤ ਵਧੀਆ ਰਿਸਪੌਂਸ ਹੋਇਆ ਸੀਗਾ। ਇਹਨਾਂ ਨੇ ਮੈਨੂੰ ਕਦੀ ਆਪਣਾ ਇਨਫੈਕਟ ਨੈਵਰ ਦੇ ਟੋਲਡ ਮੀ ਕਿ ਕ੍ਰਾਈਸਿਸ ਇਸ ਟਾਈਪ ਦਾ, ਬਟ ਵੀ ਵਰ ਰੀਅਲੀ ਨੋਇੰਗ ਕਿ ਕ੍ਰਾਈਸਿਸ ਹੈ ਕੀ ਉੱਥੇ। ਇਹਨਾਂ ਨੇ ਆਪਣਾ ਮੋਰਲ ਨਹੀਂ ਡਾਊਨ ਕੀਤਾ, ਇਹ ਵੀ ਉਸੇ ਤਰੀਕੇ ਨਾਲ ਆਪਣੇ ਸਿਚੁਏਸ਼ਨ ਦੇ ਨਾਲ ਫਾਈਟ ਕਰਦੇ ਰਹੇ। ਤੇ ਚਲੋ ਟਾਈਮ ਟੂ ਟਾਈਮ ਜਿਵੇਂ ਵੀ ਆਇਆ ਇਹਨਾਂ ਨੇ ਸਰਵਾਈਵ ਕੀਤਾ, ਇਹਨਾਂ ਨੇ ਰੋਡ ਤੇ ਰਨ ਕੀਤਾ, ਇਹਨਾਂ ਨੇ ਜੋ ਵੀ ਹਰਡਲਸ ਆਏ ਇਹਨਾਂ ਨੂੰ ਕ੍ਰਾਸ ਕੀਤਾ। ਮੇਰੀ ਇਹਨਾਂ ਨੂੰ ਇੱਕ ਲਾਸਟ ਡੇ ਮੇਰੀ ਇਹੀ ਇਹਨਾਂ ਨੂੰ ਐਡਵਾਈਸ ਸੀਗੀ ਅਰਲੀ ਇਨ ਦਾ ਮਾਰਨਿੰਗ ਕਿ ਬੇਟਾ 2 ਚੀਜ਼ਾਂ ਸਾਡੇ ਕੋਲ ਬਚੀਆਂ ਬਸ, ਦੈਟਸ ਆਲ, ਨਥਿੰਗ ਐਲਸ। ਈਵਨ ਜੇ ਮੇਰੇ ਵੀ ਰਿਸੋਰਸਿਸ ਕੰਮ ਕਰਨਗੇ ਉਹ ਅਜੇ ਇਮੀਡੀਏਟ ਨਹੀਂ ਕੰਮ ਹੋਣੇ। ਇੱਕ ਜਾ ਕੇ ਪੋਜੀਸ਼ਨ ਤੇ ਜਦੋਂ ਪਹੁੰਚ ਜਾਓਗੇ ਤੁਸੀਂ, ਫਿਰ ਉਹਨਾਂ ਰਿਸੋਰਸਿਸ ਨੇ ਤੁਹਾਨੂੰ ਐਸਕੇਪ ਕਰਨਾ ਹੈ, ਫਿਰ ਉੱਥੋਂ ਤੁਹਾਨੂੰ ਰੈਸਕਿਊ ਕਰਨਾ ਹੈ। 2 ਸਾਡੇ ਕੋਲ ਚੀਜ਼ਾਂ ਹੈ ਲਾਈਫ ਲਾਈਨ, ਇੱਕ ਉਹ ਪ੍ਰਭੂ ਜੋ ਹਮੇਸ਼ਾ ਤੁਹਾਡੇ ਨਾਲ ਹੈ, ਤੇ ਦੂਜਾ ਸਾਡੇ ਇੰਡੀਆ ਦਾ ਫਲੈਗ। ਰਾਈਟ ਬੇਟਾ, ਬਸ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚਲੋ ਐਂਡ ਇਹੀ ਫੀਲ ਕਰਨਾ ਕਿ ਦੇ ਆਰ ਆਵਰ ਲਾਈਫ ਲਾਈਨ, ਇਹ ਸਾਡੀ ਪ੍ਰੋਟੈਕਟ ਕਰਨ ਵਾਲੇ ਆ। ਔਰ ਆਈ ਐਮ 100% ਸ਼ੋਰ ਤੁਹਾਡਾ ਬਾਲ ਬੰਕਾ ਨਹੀਂ ਹੋਏਗਾ। ਇਹ ਉਸ ਵੇਲੇ ਦੀ ਮੇਰੀ ਸੀਗੀ, ਪਰਮਾਤਮਾ ਵੱਲੋਂ ਮੇਰੇ ਵਿੱਚੋਂ ਆਵਾਜ਼ ਆਈ ਕਿ ਬਸ ਇਹੀ ਹੈ, ਔਰ ਸੱਚ ਵੀ ਇਹੀ ਹੈ। ਆਪ ਸਰਕਾਰ ਦੇ ਚਲੋ ਸਰਕਾਰਾਂ ਤਾਂ ਸਾਰੀਆਂ ਕਾਮਨ ਹੁੰਦੀਆਂ ਜੀ ਨੇਚਰਲੀ। ਜੇ ਮੈਂ ਹੁਣ ਕਹਾਂ ਕਿ ਮੈਂ ਸਭ ਤੋਂ ਪਹਿਲੇ ਰਾਈਟ ਔਨ 24 ਫੈਬਰਰੀ ਜਦੋਂ ਮੈਂ ਲੈਟਰ ਲਿਖਿਆ ਸ਼੍ਰੀ ਸਨੀ ਦਿਓਲ ਜੀ ਨੂੰ, ਮੈਂ ਡਾਇਰੈਕਟ ਨਹੀਂ ਲਿਖਿਆ। ਮੇਰੇ ਇੱਥੇ ਵੈਲ ਵਿਸ਼ਰਸ ਗੁਰਦਾਸਪੁਰ ਦੇ ਵਿੱਚ ਉਹਨਾਂ ਨੂੰ ਪਤਾ ਸੀ ਕਿ ਭਾਈ ਛੁੱਟੀ ਆਏ ਦੇ ਨੇ, ਉਹਨਾਂ ਨੂੰ ਵੀ ਪਤਾ ਸੀ ਮੇਰੀ ਬੇਟੀ ਉੱਥੇ ਆ। ਉਹਨਾਂ ਵੱਲੋਂ ਜਦੋਂ ਮੈਨੂੰ ਕਾਲ ਹੋਈ ਤਾਂ ਉਹਨਾਂ ਨੇ ਕਿਹਾ ਲਓ ਭਾਜੀ ਇਹ ਕਿਹੜੀ ਹੈ, ਮੇਰੀ ਬੇਟੀ ਹੈ, ਸਾਡੀ ਬੇਟੀ ਹੈ। ਜਦੋਂ ਉਹਨਾਂ ਨੂੰ ਪਤਾ ਲੱਗਾ ਦੈਟ ਆਈ ਵਿਲ ਨਾਟ ਡਿਸਕਲੋਜ਼ ਹਿਜ਼ ਨੇਮ, ਮੈਂ ਨਹੀਂ, ਕਿਉਂਕਿ ਉਹ ਖੁਦ ਨਹੀਂ ਚਾਹੁੰਦੇ ਕਿ ਮੇਰਾ ਨਾਮ ਆ ਜਾਏ। ਮੇਰੇ ਇੰਨੇ ਪਿਆਰੇ ਨੇ, ਮੈਂ ਉਹਨਾਂ ਨੂੰ ਹਮੇਸ਼ਾ ਲਾਈਫ ਟਾਈਮ ਯਾਦ ਰੱਖਾਂਗਾ। ਉਹਨਾਂ ਨੇ ਕਿਹਾ ਲਓ ਜੀ ਇਹ ਕਿਹੜੀ ਏਡੀ ਵੱਡੀ ਗੱਲ ਹੈ, ਹੁਣ ਇਹ ਲੈਟਰ ਲਿਖਣੇ ਆ ਸੰਨੀ ਦਿਓਲ ਜੀ ਨੂੰ ਤੇ ਉਹਨਾਂ ਨੇ ਅੱਗੇ ਫਾਰਵਰਡ ਕਰ ਦੇਣਾ, ਜਿਵੇਂ ਵੀ ਹੋ ਸਕਦਾ ਅਸੀਂ ਲੈਟਸ ਸਟਾਰਟ ਇਟ। ਮੈਂ ਇਮੀਡੀਏਟਲੀ ਲੈਟਰ ਲਿਖਿਆ, ਲੈਟਰ ਮੇਰੇ ਕੋਲ ਨੇ ਜੀ, ਤੁਹਾਨੂੰ ਪਤਾ ਹੀ ਆਲਰੇਡੀ। ਤੇ ਮੈਂ ਲੈਟਰ ਲਿਖਿਆ, ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਆਇਆ। ਮੂਵ ਫਰਮ ਵਨ ਪਲੇਸ ਟੂ ਅਨਦਰ ਪਲੇਸ, ਉਹਨਾਂ ਨੇ ਮੇਰੇ ਲੈਟਰ ਦੇ ਬੇਸ ਤੇ ਉਹਨਾਂ ਨੇ ਆਪਣੀ ਆਫੀਸ਼ੀਅਲ ਈਮੇਲ ਅੱਗੇ ਫਾਰਵਰਡ ਕੀਤੀ, ਤਾਂ ਜਿਹਦੇ ਵਜ੍ਹਾ ਕਰਕੇ ਮੈਂ ਆਪਣੇ ਬੱਚਿਆਂ ਨਾਲ ਗੱਲਬਾਤ ਵੀ ਕਰ ਸਕਦਾ ਹੈ ਕਿ ਬੇਟਾ ਐਨੀ ਹੋ ਫਸਟ ਐਕਸ਼ਨ ਜੋ ਚਾਹੀਦਾ ਹੈਗਾ ਨੈਸੈਸਰੀ ਸੀਗਾ, ਇਟ ਇਜ਼ ਇਨ ਪਲੇਸ, ਤੁਸੀਂ ਟੈਨਸ਼ਨ ਨਹੀਂ ਕਰਨੀ, ਗਵਰਨਮੈਂਟ ਸਾਡੇ ਨਾਲ ਹੀ ਹੈ, ਅਸੀਂ ਤਾਂ ਰਹਿਣਾ ਪੇਰੈਂਟਸ ਆਲਵੇਜ਼, ਉਹ ਤਾਂ ਬਿਨਾਂ ਕਿਹਾ ਹੀ ਹੁੰਦੇ ਨੇ। ਤੇ ਇਹਨਾਂ ਨੂੰ ਵੀ ਥੋੜਾ ਫਿਰ ਬੂਸਟਅਪ ਹੋ ਜਾਂਦੇ ਨੇ ਬੱਚੇ ਵੀ, ਯੈਸ ਕਿ ਸਾਡੇ ਉੱਤੇ ਕਵਰੇਜ ਸਟਾਰਟ ਹੋਣ ਲੱਗ ਪਈ ਆ, ਸਾਡੀ ਪ੍ਰੋਟੈਕਸ਼ਨ ਹੇਅਰ ਐਂਡ ਦੇਅਰ ਇਜ਼ ਦੇਅਰ, ਸੋ ਨੋ ਪ੍ਰੋਬਲਮ, ਅਸੀਂ ਇਕੱਲੇ ਨਹੀਂ ਆ। ਮੈਂ ਇਹਨੂੰ ਕਿਹਾ ਸੀਗਾ ਵੈਰੀ ਸਟੇਟ ਫਾਰਵਰਡ ਕਿ ਬੇਟਾ ਮੈਂ ਅੱਧੇ ਘੰਟੇ ਦੇ ਵਿੱਚ ਮੈਂ ਲੈਟਰ ਲਿਖਿਆ, ਬਾਈ ਹੈਂਡ ਲਿਖਿਆ, ਉਹ ਅੱਧੇ ਘੰਟੇ ਦੇ ਵਿੱਚ ਈਮੇਲ ਚਲੇ ਗਈ ਆ, ਉਹ ਪਾਰਲੀਮੈਂਟ 'ਚ ਚਲੇ ਗਈ ਆ, ਉਹਨਾਂ ਨੇ ਆਪਣੇ ਗਵਰਨਮੈਂਟ ਨੂੰ ਕਹਿ ਦਿੱਤਾ ਵਾ ਜੋ ਵੀ ਸਾਡੇ ਇੰਡੀਅਨ ਗਵਰਨਮੈਂਟ ਹੈ, ਜਾਂ ਉਹਨਾਂ ਨੇ ਫਾਰਵਰਡ ਕਰਤਾ ਐਮਬੈਸੀ 'ਚ ਯੂਕਰੇਨ 'ਚ। ਦੇ ਹੈਵ ਡਨ ਆਲ ਦਾ ਵਾਟ ਐਵਰ ਇਜ਼ ਰਿਕੁਆਇਰਡ, ਦੇ ਹੈਵ ਡਨ ਦੇਅਰ ਡਿਊਟੀ, ਐਂਡ ਉਹਦਾ ਬੈਨੀਫਿਟ ਜ਼ਰੂਰ ਤੁਹਾਨੂੰ ਸਾਰਿਆਂ ਬੱਚਿਆਂ ਨੂੰ ਮਿਲੇਗਾ, ਔਰ ਨੈਚੁਰਲੀ ਮਿਲਦਾ ਪਿਆ ਸੀਗਾ। ਤੁਸੀਂ ਆਪਣੀ ਬੇਟੀ ਨੂੰ ਇੱਥੇ ਮੰਗਵਾ ਲਿਆ ਜੀ ਵਾਪਸ, ਅਜੇ ਵੀ ਕੁਝ ਬੱਚੇ ਉੱਥੇ ਫਸੇ ਹੋਏ ਨੇ, ਸਾਰਾ ਪ੍ਰੋਸੀਜਰ ਤੁਹਾਨੂੰ ਪਤਾ ਹੈ, ਉਹਨਾਂ ਬੱਚਿਆਂ ਨੂੰ ਕੀ ਮਿਲੇ ਹੋ, ਕੀ ਕਰਨਾ ਉੱਥੇ ਜਾਂ ਕਿਵੇਂ ਮੈਨੇਜ ਕਰਨਾ? ਬੈਸਟ ਇਹੀ ਹੈ ਕਿ ਹਰ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਦੇ ਕੰਟੈਕਟ ਵਿੱਚ ਰਹੇ, ਜੇ ਉੱਥੇ ਕਮਿਊਨੀਕੇਸ਼ਨ ਅਜੇ ਵੀ ਹੈਗੀ ਆ। ਡੈਫੀਨੇਟਲੀ ਇਟ ਇਜ਼ ਐਵਰੀਥਿੰਗ ਇਜ਼ ਵੈਰੀ ਚੈਲੰਜਿੰਗ। ਨੰਬਰ 1 ਇਜ਼ ਨੈਟਵਰਕ, ਕਮਿਊਨੀਕੇਸ਼ਨ, ਬੈਟਰੀ ਚਾਰਜਿੰਗ ਐਂਡ ਆਲ ਦਿਸ ਆਫ ਮੋਬਾਈਲਸ। ਈਵਨ ਜੇ ਕਮਿਊਨੀਕੇਸ਼ਨ ਹੋਏ, ਬੈਟਰੀ ਚਾਰਜ ਨਾ ਹੋਏ ਮੋਬਾਈਲ ਦੀ ਤੇ तो सारा मैनेज करने पैंदा, लेकिन सम हाउ एनी हाउ ਬੱਚਿਆਂ ਦੀ ਕਮਿਊਨੀਕੇਸ਼ਨ 'ਚ ਰਹੋ, ਉਹਨਾਂ ਨੂੰ ਬੂਸਟ ਅਪ ਕਰਦੇ ਰਹੋ, ਮੋਰਲ ਉਹਨਾਂ ਦਾ ਹਾਈ ਰੱਖੋ। ਔਰ ਸਾਰੇ ਪੇਰੈਂਟਸ ਆਪਣੀ ਤਰਫੋਂ ਪੂਰਾ ਜ਼ੋਰ ਲਗਾ ਰਹੇ ਨੇ, ਪ੍ਰਭੂ ਅੱਗੇ ਅਰਦਾਸ ਕਰਦੇ ਪਏ ਨੇ, ਆਪਣੇ ਜਿੰਨੇ ਵੀ ਉਹਨਾਂ ਦੀ ਅਪਰੋਚ ਜਿੱਥੇ ਜਿੱਥੇ ਕਰ ਸਕਦੇ ਨੇ ਕਰਦੇ ਪਏ ਨੇ। ਔਰ ਹੁਣ ਹੋਰ ਬੈਟਰ ਹੈ ਕਿ ਸਾਡੀ ਇੰਡੀਆ ਗਵਰਨਮੈਂਟ ਆਲਰੇਡੀ ਇਹਨਾਂ ਨੇ ਹੋਰ ਆਪਣਾ ਸਿਸਟਮ ਵਾਸਟ ਕਰਤਾ ਹੈ, ਕਾਫੀ ਇੰਪਰੂਵਮੈਂਟ ਆ ਗਈ, ਕਾਫੀ ਫਾਸਟ ਆ ਗਈ। ਮੈਂ ਰਾਈਟ ਫਰਮ ਦਾ ਬਿਗਨਿੰਗ ਮੈਂ ਤੁਹਾਨੂੰ ਸ਼ੇਅਰ ਕਰਦਾ ਜੀ, ਮੈਂ ਈਵਨ ਆਈ ਥਿੰਕ ਇਨ ਐਵਰੀ ਡਿਸਟ੍ਰਿਕਟ ਸਾਡੇ ਡੀਸੀ ਸਾਹਿਬ ਨੇ ਵੀ ਮੈਨੂੰ ਕੰਟੈਕਟ ਕੀਤਾ, ਸਾਡਾ ਇੱਕ ਗਰੁੱਪ ਬਣਿਆ ਤੇ ਉਹਦੇ ਵਿੱਚ ਵੀ ਸਾਡੀ ਸ਼ੇਅਰਿੰਗ ਹੁੰਦੀ ਰਹਿੰਦੀ ਸੀਗੀ। ਤਾਂ ਮੈਂ ਰਾਈਟ ਇਨ ਦਾ ਬਿਗਨਿੰਗ ਮੈਂ ਡੀਸੀ ਸਾਹਿਬ ਨੂੰ ਕੁਝ ਆਪਣੇ ਦੱਸੇ ਸੀਗੇ ਸਾਰੇ ਕਿਵੇਂ ਇਹ ਚੀਜ਼ਾਂ ਇੰਪਲੀਮੈਂਟ ਹੋਣੀ ਚਾਹੀਦੀਆਂ ਤਾਂ ਜੋ ਬੱਚਿਆਂ ਦੀ ਹੋਰ ਮਦਦ ਹੋ ਸਕੇ। ਮੈਂ ਰਿਕੁਐਸਟ ਕੀਤੀ ਸੀਗੀ ਕਿ ਮਿਨਿਸਟਰ ਸਾਰੇ ਜਿਹੜੇ ਸਾਡੇ ਇੱਥੇ ਨੇ, ਲੈਟਸ ਪਲੀਜ਼ ਰਿਕੁਐਸਟ ਆਵਰ ਸੈਂਟਰ ਗਵਰਨਮੈਂਟ ਕਿ ਐਟਲੀਸਟ ਇੱਕ ਇੱਕ ਦੋ ਦੋ ਜਾ ਕੇ ਬਾਰਡਰ ਤੇ ਬੈਠਣ। ਮੈਂ ਵੀ ਰਿਕੁਐਸਟ ਕੀਤੀ ਸੀਗੀ ਲੈਟਸ ਪਲੀਜ਼ ਮੇਕ ਏ ਪਲਾਨ ਬੀ ਕਿ ਸਾਨੂੰ 에ਅਰ ਫੋਰਸ ਲਿਫਟ ਕਰਨਾ ਪਵੇ। ਜੇ ਹੁਣ ਫਸ ਗਿਆ ਜਗ੍ਹਾ ਦੇ ਉੱਤੇ ਕਿਸੇ ਸਾਡੀਆਂ 에ਅਰਲਾਈਨਸ ਨਾ ਕੰਮ ਕਰ ਪਾਉਣ ਜਾਂ ਵਿਦਨ ਲਿਮਿਟਡ ਸੋਰਸਿਸ ਦੇ ਨਾਲ ਇੰਨੇ ਕੰਮ ਕਰ ਸਕਦੀਆਂ, ਲੈਟਸ ਟੇਕ ਏ ਹੈਲਪ ਆਫ 에ਅਰ ਫੋਰਸ।
ਹੋਰ ਵੀ ਇੱਕ ਦੋ ਮੈਂ ਰਿਕੁਐਸਟਾਂ ਕੀਤੀਆਂ ਸੀਗੀਆਂ, ਮੈਂ ਸੈਂਟਰ ਗਵਰਨਮੈਂਟ ਨੂੰ ਵੀ ਈਮੇਲ ਪਾ ਕੇ ਕੀਤੀਆਂ ਸੀਗੀਆਂ, ਤੇ ਸਨੀ ਸਰ ਨੂੰ ਵੀ ਫਿਰ ਮੈਂ ਦੁਬਾਰਾ ਲੈਟਰ ਲਿਖੀ ਸੀਗੀ। ਯੈਸ, ਉਹਨਾਂ ਨੇ ਫਿਰ ਅੱਗੇ ਅਪਰੋਚ ਕਰਕੇ ਡੈਫੀਨੇਟਲੀ ਉਹਨਾਂ ਨੇ ਵੀ ਕੀਤੀ ਹੋਈ ਇਹ ਚੀਜ਼ ਕਨਵੇ ਕਿ ਇਹ ਨਾਟ ਓਨਲੀ ਦਾ ਡਿਮਾਂਡ ਆਫ ਪੇਰੈਂਟਸ, ਇਟਸ ਦਾ ਡਿਮਾਂਡ ਆਫ ਟਾਈਮ। ਜਿਵੇਂ ਜਿਵੇਂ ਟਾਈਮ ਆਉਂਦਾ, ਜਿਵੇਂ ਜਿਵੇਂ ਸਿਨਾਰੀਓ ਹੋਵੇ, ਉਹਦੇ ਅਨੁਸਾਰ ਸਾਰੇ ਸੋਲੂਸ਼ਨਸ ਫਿਰ ਲੱਭਣੇ ਪੈਂਦੇ ਨੇ, ਉਹਦੇ ਅਨੁਸਾਰ ਕੰਟਰੋਲ ਮੈਜਰਸ ਲੱਭਣੇ ਪੈਂਦੇ ਨੇ, ਜਿਵੇਂ ਜਿਵੇਂ ਡਿਮਾਂਡ ਹੋਵੇ। ਤੇ ਉਹ ਅੱਜ ਹਰ ਚੀਜ਼ ਇੰਪਲੀਮੈਂਟ ਹੋ ਰਹੀ ਹੈ। ਮੈਂ ਧੰਨਵਾਦ ਕਰਦਾ ਆਪਣੇ ਗਵਰਨਮੈਂਟ ਦਾ ਜੀ। ਫਿਲਹਾਲ ਐਜ਼ ਆਫ ਨਾਓ ਦਾ ਟਾਰਗੇਟ ਹੈ ਕਿ ਬੱਚੇ ਸੇਫਲੀ ਆਉਣ, ਬਟ ਵੈਰੀ ਗੁੱਡ ਕੁਐਸਚਨ, ਬਹੁਤ ਅੱਛਾ ਕੁਐਸਚਨ ਜੋ ਹਰ ਪੇਰੈਂਟਸ ਦੇ ਵਿੱਚ ਹੈਗਾ, ਮਨ ਦੇ ਵਿੱਚ ਹੈਗਾ, ਬੱਚਿਆਂ ਦੇ ਵੀ ਵਿੱਚ ਹੋਵੇਗਾ ਜ਼ਰੂਰ। ਪੇਰੈਂਟਸ ਤੇ ਭਲੇ ਇੱਕ ਵਨ ਫਿਗਰ ਉਹਨਾਂ ਦੀ ਕਿ ਬੱਚੇ ਆ ਜਾਣ, ਬੱਚੇ ਆ ਜਾਣ, ਬੱਚੇ ਆ ਜਾਣ, ਲੇਕਿਨ ਡੈਫੀਨੇਟਲੀ ਇਹ ਬੱਚਿਆਂ ਦੇ ਮਾਈਂਡ ਵਿੱਚ ਹੈਗਾ ਕਿ ਵਾਟ ਵਿਲ ਹੈਪਨ ਟੂ ਆਵਰ ਐਜੂਕੇਸ਼ਨ। ਤੇ ਜੇ ਤੁਹਾਡੀ ਗਵਰਨਮੈਂਟ, ਜਿਵੇਂ ਸਾਡੇ ਕਿਸੇ ਦੇ ਬੱਚਿਆਂ ਦੇ ਫਾਈਨਲ ਈਅਰ ਆ, ਕਿਸੇ ਦਾ 4th ਈਅਰ ਆ, ਕਿਸੇ ਦਾ 3rd ਈਅਰ ਆ, ਕਿਸੇ ਦਾ 5th ਈਅਰ ਹੈ, ਜੇ ਸਮ ਹਾਓ ਕੁਝ ਐਗਰੀਮੈਂਟ ਹੋ ਸਕੇ, ਜੇ ਇਹਨਾਂ ਦੀ ਪੜ੍ਹਾਈ ਉੱਥੇ ਜਾ ਕੇ ਖਰਾਬ ਹੋ ਰਹੀ ਹੈ ਜਾਂ ਵਿਦਨ 6 ਮੰਥ 3 ਮੰਥ ਕੰਟੀਨਿਊ ਨਹੀਂ ਹੋ ਪਾ ਰਹੀ, ਤੇ ਸਾਡੀ ਗਵਰਨਮੈਂਟ ਨੂੰ ਕੋਈ ਸੋਲੂਸ਼ਨ ਲੱਭਣਾ ਚਾਹੀਦਾ ਕਿ ਉੱਥੋਂ ਲੈਟਰ ਐਗਰੀਮੈਂਟ ਲੈ ਕੇ ਇਧਰ ਪ੍ਰਾਈਵੇਟ ਕਾਲਜ ਜਾਂ ਕਿਸੇ ਵੀ ਕਾਲਜ ਦੇ ਵਿੱਚ ਇੱਥੇ ਉਹਨਾਂ ਦੀ ਪੜ੍ਹਾਈ ਨੂੰ, ਉਹਨਾਂ ਦੀ ਸਟੱਡੀ ਨੂੰ ਕੰਟੀਨਿਊ ਕੀਤਾ ਜਾਵੇ। ਕਿਉਂਕਿ ਅਲਟੀਮੇਟਲੀ ਮੋਟੋ ਤਾਂ ਇਹੀ ਹੈ ਨਾ ਕਿ ਡਾਕਟਰ ਬਣਨਾ ਹੈ ਔਰ ਅਸੀਂ ਪਬਲਿਕ ਸੇਵਾ ਕਰਨੀ ਹੈ। ਟੂ ਬੀ ਵੈਰੀ ਓਨੈਸਟ, ਜੇ ਮੈਨੂੰ ਪੁੱਛੋਗੇ, ਜੇ ਮੈਨੂੰ ਕੇਵਲ ਪੁੱਛੋਗੇ, ਮੈਂ ਆਪਣੀ ਬੇਟੀ ਨੂੰ ਵੀ ਇਹ ਕਹਿ ਚੁੱਕਾ ਕਿ ਬੇਟਾ ਜੇ ਬਹਾਲ ਜਲਦੀ ਹੋ ਜਾਏ ਸਾਰਾ ਸਿਸਟਮ, ਪਰਮਾਤਮਾ ਕਿਰਪਾ ਕਰੇ, ਸੀਜ਼ ਫਾਇਰ ਕੰਟੀਨਿਊ ਰਵੇ ਔਰ ਉੱਥੇ ਸਾਰੇ ਸਿਸਟਮ ਨਾਰਮਲ ਹੋ ਜਾਣ, ਵਾਇਰ ਸਿਚੁਏਸ਼ਨ ਬੰਦ ਹੋ ਜਾਵੇ, ਤਾਂ ਜੋ ਹਰ ਇੱਕ ਦੇ ਉੱਥੇ ਸਿਟੀਜ਼ਨ ਦੀ ਵੀ ਲਾਈਫ ਨਾਰਮਲ ਹੋ ਜਾਵੇ, ਐਜੂਕੇਸ਼ਨ ਸਟਾਰਟ ਹੋ ਜਾਵੇ, ਤੇ ਬੇਟਾ ਉੱਥੇ ਵੀ ਸਰਵਿਸ ਜ਼ਰੂਰ ਕਰਨੀ। ਜਿਸ ਧਰਤੀ ਦੇ ਉੱਤੋਂ ਬਚ ਕੇ ਆਏ, ਉਸ ਧਰਤੀ ਦਾ ਸ਼ੁਕਰਗੁਜ਼ਾਰ ਹਾਂ ਮੈਂ, ਜਿਨ੍ਹਾਂ ਉਹਨਾਂ ਬੱਚਿਆਂ ਨੂੰ ਵੀ ਬਚਾ ਕੇ ਇੱਥੇ ਭੇਜਿਆ। ਇਹ ਕੋਈ ਏਵਲ ਇੱਕ ਦਾ ਐਫਰਟ ਨਹੀਂ ਸੀਗਾ ਕਿ ਮੇਰੀ ਬੱਚੀ ਦਾ ਜਾਂ ਸਿਸਟਮ ਦਾ, ਉਸ ਧਰਤੀ ਦਾ ਮੈਂ ਸ਼ੁਕਰਗੁਜ਼ਾਰ ਕਰਨਾ ਜਿਨ੍ਹਾਂ ਸਾਡੇ ਬੱਚੇ, ਮੇਰੀ ਬੱਚੀ ਨੂੰ ਠੀਕ ਠਾਕ ਮੇਰੇ ਕੋਲ ਪਹੁੰਚਾਇਆ ਜੀ।